गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ सतगुरु गुरबाणी गुरु राही जो सानू उपदेश बख्शिश कर रहे, सचे पातशाह समझाउंदे भी ये संसार दे विच मात लोक दे विच जिथे हुण असीं दिन दे समय आउने, हुण इधर जिहड़ा सारा खेल है त्रै गुणां दा माया ते माया दे विच विचार चलदे पौने। हुण इधर संसार दे विच आउण ते साडा एक दूसरे नाल विचार नहीं मिलते, विचारां दा टकराव हो जांदा। जदों साडा विचारां दा टकराव हुंदा साडे अंदर दुविधा आउंदी। जदों साडे अंदर ये दुविधा आउंदी फिर जिहड़े मन नूं ये दुविधा चुंबड़ गई, ਜਿਹਨੂੰ ਇਹ ਦੁविधा ਲੱਗ गई ਉਹਨੂੰ ਕਮਲਾ कर ਦਿੰਦੀ। ਦੁविधा ਵਿੱਚ ਪਿਆ ਹੋਇਆ ਜੀਵ ਇਹ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ। ਸਤਿਗੁਰੂ ਫਰਮਾਉਂਦੇ ਦੁविधा ਬੌਰੀ ਮਨ ਬਰਾਇਆ, ਝੂਠੇ ਲਾਲਚ ਜਨਮ ਗਵਾਏ, ਲਿਵਟ ਰਹੀ पुन बंध ना पाए। भी ये जिहड़ी दुविधा इहनूं बौरी कहंदी, जिहड़े मन नूं लग जांदी चुंबड़ जांदी उहनूं भी बौरा कर दिंदी। फिर ये दुविधा विच पिया होया जीव ये दुरमत दी अगन दे विच जलदा है, सड़दा है।
ਹੁਣ ਇਹ ਦੁਰਮਤ ਦੀ ਅਗਨ ਦੇ ਵਿੱਚ ਸਤਿਗੁਰੂ ਕਹਿੰਦੇ ਸਾਰਾ ਜਗਤ ਸੜ ਰਿਹਾ, ਸਾਰੇ ਮਨ ਸੜਦੇ ਨੇ। ਮਹਾਰਾਜ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾ ਰਹੀ, ਵੀ ਇਹ ਦੁਰਮਤ ਦੀ ਅਗਨ ਸਾਡੇ ਮਨਾਂ ਨੂੰ ਸਾੜਦੀ। ਹੁਣ ਇਹ ਅਗਨ ਹੈ ਜਿਹੜੀ, ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਪਰਿਵਾਰ ਹੈ, ਕੁਟੁੰਬ, ਇਹ ਅਗਨ। ਫਿਰ ਇਸ ਤੋਂ ਅੱਗੇ ਸੰਸਾਰ, ਇਹ ਅਗਨ। ਹੁਣ ਸਾਡਾ ਮਨ ਅਗਿਆਨਤਾ ਵਸ ਹੋ ਕੇ ਇਹ ਅੱਗ ਦੇ ਨਾਲ ਪਿਆਰ ਪਾ ਲੈਂਦਾ, ਮੋਹ ਪਾ ਲੈਂਦਾ। ਜਿੰਨਾ ਹੁਣ ਇਹਦੇ ਨਾਲ ਪਿਆਰ ਪਾਉਂਦਾ ਹੈ, ਓਨਾ ਹੀ ਇਹਨੂੰ ਸਾੜਦੀ, ਓਨਾ ਹੀ ਫਿਰ ਇਹ ਜਿਹੜਾ ਮਨ ਹੈ ਇਹ ਦੁਖੀ ਹੁੰਦਾ ਤੇ ਅਸ਼ਾਂਤ ਹੁੰਦਾ। ਸਤਿਗੁਰੂ ਫਰਮਾਉਂਦੇ ਅਗਨ ਕੁਟੁੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ। ਬਈ ਮਨ ਨੇ ਭਰਮ ਦੇ ਵਿੱਚ ਇਹ ਕੁਟੁੰਬ ਦੇ ਨਾਲ, ਅਗਨ ਦੇ ਨਾਲ ਮੋਹ ਪਾ ਲਏ। ਹੁਣ ਇਹ ਅਗਨ ਦੇ ਵਿੱਚ ਸੜਦਾ, ਫਿਰ ਇਹ ਅਗਨ ਇਹਨੂੰ ਸਾੜਦੀ। ਫਿਰ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਵੀ ਇਸ ਅਗਨ ਤੋਂ ਹੁਣ ਅਸੀਂ ਬਚੀਏ ਕਿਵੇਂ? ਵੀ ਇਹ ਸਾਰੀ ਅਗਨ ਸਾਡੇ ਮਨਾਂ ਨੂੰ, ਪਰਿਵਾਰਾਂ ਦੇ ਵਿੱਚ, ਸਮਾਜ ਦੇ ਵਿੱਚ, ਇਹ ਅੱਗੇ ਦੀ ਅੱਗੇ ਅਗਨ ਵੱਧਦੀ ਜਾਂਦੀ। ਹੁਣ ਇਹ ਅਗਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਫਿਰ ਆਪ ਨੂੰ ਸਮਝਾਉਂਦੇ, ਜੇ ਅਸੀਂ ਸ਼ਬਦ ਦੀ ਵਿਚਾਰ ਕਰੀਏ, ਨਾਮ ਦੀ ਵਿਚਾਰ ਕਰੀਏ, ਫਿਰ ਅਸੀਂ ਇਹ ਅਗਨ ਤੋਂ ਬਚ ਸਕਦੇ ਹਾਂ। ਫਿਰ ਇਹ ਤੋਂ ਅਸੀਂ ਉੱਪਰ ਉੱਠ ਸਕਦੇ। ਸਤਿਗੁਰੂ ਇਸ ਲਈ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾਰੇ, ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਵੀ ਜਿਹੜੇ ਸ਼ਬਦ ਗੁਰੂ ਦੀ ਵਿਚਾਰ ਕਰਦੇ, ਉਹ ਇਹ ਤੋਂ ਉੱਭਰ ਜਾਂਦੇ, ਉਹ ਇਹ ਅਗਨ ਤੋਂ ਉੱਪਰ ਉੱਠ ਜਾਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਵਿਚਾਰਾਂ ਦੇ ਟਕਰਾਅ ਤੋਂ ਬਚਣ ਵਾਸਤੇ, ਜੇ ਅਸੀਂ ਚਾਹੁੰਦੇ ਹਾਂ ਸਾਡੇ ਮਨਾਂ ਨੂੰ ਸ਼ਾਂਤੀ ਆਵੇ, ਸਾਡੇ ਮਨ ਸਹਿਜ ਵਿੱਚ ਰਹਿਣ, ਸੁਖੀ ਰਹਿਣ, ਉਹਦੇ ਵਾਸਤੇ ਫਿਰ ਅਸੀਂ ਗੁਰੂ ਦੀ ਮੱਤ ਲੈਣੀ ਹੁੰਦੀ ਹੈ। ਉਹਦੇ ਵਾਸਤੇ ਅਸੀਂ ਗੁਰਬਾਣੀ, ਗੁਰੂ ਦਾ ਆਸਰਾ ਲੈ ਸਕਦੇ। ਉਹਦੇ ਵਾਸਤੇ ਫਿਰ ਅਸੀਂ ਜੋ ਸਤਿਗੁਰੂ ਸਾਨੂੰ ਸਮਝਾਉਂਦੇ, ਉਹਨੂੰ ਅਸੀਂ ਸਮਝ ਕੇ ਆਪਦਾ ਜਿਹੜਾ ਜੀਵਨ ਉਹਨੂੰ ਸੁਖੀ ਕਰ ਸਕਦੇ। ਹੁਣ ਮਹਾਰਾਜ ਕਹਿੰਦੇ ਜੇ ਸਾਡੇ ਮਨ 'ਚ ਕਲੇਸ਼ ਆ ਵੀ ਗਿਆ, ਸਾਡੇ ਤਨ 'ਚ ਕਲੇਸ਼, ਹੁਣ ਇਹ ਕਲੇਸ਼ ਨੂੰ ਖਤਮ ਕੀਤਾ ਜਾ ਸਕਦਾ ਸਿਮਰਨ ਅਭਿਆਸ ਕਰਕੇ। ਫਰਮਾਉਂਦੇ ਨੇ ਸਿਮਰੋ ਸਿਮਰ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਬਈ ਸਿਮਰਨ ਕਰਕੇ ਸੁੱਖ ਪਾਵੋ ਤੇ ਇਕੱਲਾ ਕਲੇਸ਼ ਨੂੰ ਖਤਮ ਕਰ ਲਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸੁਖੀ ਹੋਣ ਦੀ ਜੁਗਤੀ ਤਰੀਕਾ ਦੱਸੇ। ਬਈ ਜੇ ਸਾਡੇ ਅੰਦਰ ਦੁਵਿਧਾ ਪੈ ਵੀ ਗਈ ਹੈ, ਇਹ ਦੁਵਿਧਾ ਨੂੰ ਅਸੀਂ ਖਤਮ ਕਰ ਸਕਦੇ ਜੇ ਅਸੀਂ ਇਕੱਠੇ ਮਿਲ ਕੇ ਸੰਗਤ ਕਰੀਏ, ਸਿਮਰਨ ਕਰੀਏ। ਇਹ ਸਾਡੀ ਦੁਵਿਧਾ ਖਤਮ ਹੋ ਸਕਦੀ, ਵੈਰ ਵਿਰੋਧ ਖਤਮ ਹੋ ਸਕਦਾ। ਸਤਿਗੁਰੂ ਫਰਮਾਉਂਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲੈ ਬਲਾਈ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਈ।
ਹੁਣ ਜੇ ਤਾਂ ਅਸੀਂ ਇਕੱਠੇ ਮਿਲ ਕੇ ਸਿਮਰਨ ਕਰਾਂਗੇ, ਸੰਗਤ ਕਰਾਂਗੇ, ਤਾਂ ਦੁਵਿਧਾ ਖਤਮ ਹੋ ਸਕਦੀ, ਨਹੀਂ ਤਾਂ ਇਹਦਾ ਹੋਰ ਕੋਈ ਇਲਾਜ ਨਹੀਂ ਹੈ। ਜਿਹੜੇ ਦੁਵਿਧਾ, ਜਿਹੜੀ ਵੈਰ ਵਿਰੋਧ, ਇਹ ਸਾਡੇ ਅੰਦਰੋਂ ਖਤਮ ਨਹੀਂ ਹੋਏਗਾ। ਈਰਖਾ ਨਫ਼ਰਤ ਸਾਡੇ ਅੰਦਰੋਂ ਜਾਏਗੀ ਨਹੀਂ, ਹਉਮੈ ਹੰਕਾਰ ਸਾਡੇ ਅੰਦਰੋਂ ਜਾਏਗਾ ਨਹੀਂ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਤਾਂ ਜੀਵ ਫਿਰ ਇਹ ਵੈਰ ਵਿਰੋਧ ਨੂੰ ਖਤਮ ਕਰਨਾ ਚਾਹੁੰਦੇ, ਜਿਹੜੇ ਤਾਂ ਸੁਖੀ ਹੋਣਾ ਚਾਹੁੰਦੇ, ਉਹ ਫਿਰ ਸਿਮਰਨ ਕਰਦੇ, ਉਹ ਫਿਰ ਸਤ ਸੰਗਤ ਕਰਦੇ, ਉਹ ਫਿਰ ਚਾਹੁੰਦੇ ਵੀ ਇਹ ਸਾਡਾ ਜਿਹੜਾ ਕਲਾ ਕਲੇਸ਼ ਖਤਮ ਹੋ ਜੇ। ਜਿਹੜੇ ਤਾਂ ਸਿਮਰਨ ਕਰਨਗੇ, ਸੰਗਤ ਕਰਨਗੇ, ਉਹਨਾਂ ਦਾ ਕਲੇਸ਼ ਖਤਮ ਹੋ ਜਾਏਗਾ। ਜਿਹੜੇ ਹੁਣ ਨਹੀਂ ਕਰਦੇ, ਉਹਨਾਂ ਦਾ ਇਹ ਕਲਾ ਕਲੇਸ਼ ਖਤਮ ਨਹੀਂ ਹੋਣਾ, ਉਹਨਾਂ ਦੇ ਅੰਦਰੋਂ ਵੈਰ ਵਿਰੋਧ ਜਾਣਾ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਆਪੋ ਆਪਣਾ। ਕਲਯੁਗ ਦੇ ਸਮੇਂ ਦੇ ਵਿੱਚ ਸਤਿਗੁਰੂ ਕਹਿੰਦੇ ਵੀ ਆਪੇ ਆਖਣਾ ਤੇ ਆਪੇ ਜਾਣਨਾ, ਆਪੇ ਮੰਨਣਾ, ਬਈ ਇਹ ਸਭ ਦਾ ਆਪੋ ਆਪਣਾ ਖੇਲ ਹੈ। ਨਾਨਕ ਕਲ ਕਾ ਇਹ ਪਰਵਾਨ, ਆਪੇ ਆਖਣ ਆਪੇ ਜਾਣ। ਜੇ ਹੁਣ ਅਸੀਂ ਆਖਾਂਗੇ ਵੀ ਸਾਡੇ ਨਾਲ ਸਾਰੇ ਸਹਿਮਤ ਹੋ ਜਾਣ, ਵੀ ਸਾਰੀ ਲੱਗ ਜਾਣ, ਸਾਰੀ ਨਹੀਂ ਲੱਗਦੀ। ਹੁਣ ਕਈ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਵੀ, ਆਪਾਂ ਉਹਨਾਂ ਨੂੰ ਕਹਾਂਗੇ ਤੁਸੀਂ ਸਿਮਰਨ ਕਰੋ, ਨਹੀਂ ਕਰਨਗੇ। ਆਪਾਂ ਉਹਨਾਂ ਨੂੰ ਕਹਾਂਗੇ ਤੁਸੀਂ ਸੰਗਤ ਕਰੋ, ਉਹ ਨਹੀਂ ਆਉਣਗੇ ਸੰਗਤ ਦੇ ਵਿੱਚ, ਨਹੀਂ ਕਰਨਗੇ ਸੰਗਤ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਉਹ ਸੰਗਤ ਨਹੀਂ ਕਰਨਗੇ, ਨਹੀਂ ਸਿਮਰਨ ਕਰਨਗੇ, ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਉਹਨਾਂ ਦਾ ਮਨ ਹੈ ਜਿਹੜਾ, ਉਹ ਦੁਰਮਤ ਦੀ ਅਗਨ ਦੇ ਵਿੱਚ ਜਲਦਾ ਹੀ ਰਹੇਗਾ, ਛੱਡਦਾ ਹੀ ਰਹੇਗਾ, ਅਸ਼ਾਂਤ ਰਹਿਣਗੇ, ਦੁਖੀ ਰਹਿਣਗੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਆਪਾਂ ਹੁਣ ਆਪਦਾ ਜੀਵਨ ਸਫਲ ਕਰਨਾ, ਇਹ ਆਪੋ ਆਪਣਾ। ਇਹ ਸਿਰਫ ਸਾਡੇ ਸੰਜੋਗ ਨੇ, ਪਿਛਲੇ ਜਨਮਾਂ ਦੇ ਅਸੀਂ ਸੰਜੋਗੀ ਇਕੱਠੇ ਹੋਏ। ਚਾਹੇ ਕੋਈ ਸਾਡਾ ਮਾਂ ਪਿਓ ਹੈ, ਸਾਡੇ ਭੈਣ ਭਰਾ ਨੇ, ਧੀਆਂ ਪੁੱਤਰ ਨੇ, ਪਤੀ ਪਤਨੀ ਹੈ, ਇਹ ਸਭ ਸਾਡਾ ਪਿਛਲਾ ਸੰਜੋਗ ਹੈ। ਮਹਾਰਾਜ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ, ਬਈ ਪਿਛਲੇ ਜਨਮਾਂ ਦੇ ਅਸੀਂ ਸੰਜੋਗੀ ਇਕੱਠੇ ਹੋ ਗਏ ਹਾਂ। ਜੇ ਅਸੀਂ ਆਖੀਏ ਵੀ ਸਾਡਾ ਕੋਈ ਅੱਗੇ ਸਾਥ ਦੇਗਾ, ਸਾਥ ਕਿਸੇ ਨੇ ਨਹੀਂ ਦੇਣਾ ਇਹਨਾਂ 'ਚੋਂ। ਅੰਤੇ ਕੋ ਨਾ ਸਹਾਈ, ਵੀ ਇਹਨਾਂ ਦੇ ਵਿੱਚੋਂ ਅੰਤ ਸਮੇਂ ਕੋਈ ਵੀ ਨਾਲ ਸਾਡੇ ਸਹਾਈ ਨਹੀਂ ਹੁੰਦਾ। ਇਹ ਸਿਰਫ ਦਿਨ ਦੇ ਸਮੇਂ ਸੰਜੋਗ ਹੈ। ਜਦੋਂ ਰਾਤ ਹੁੰਦੀ ਅਸੀਂ ਆਪਦੇ ਘਰ ਜਾਣਾ ਤੇ ਵਿਯੋਗ ਹੋ ਜਾਂਦਾ। ਜਦੋਂ ਵਿਯੋਗ ਹੋ ਜਾਂਦਾ ਸਾਨੂੰ ਸਾਰਾ ਕੁਝ ਚੇਤਾ ਭੁੱਲ ਜਾਂਦਾ। ਆਪਾਂ ਨੂੰ ਨਹੀਂ ਪਤਾ ਰਹਿੰਦਾ ਵੀ ਸਾਡਾ ਕਿਹੜਾ ਪਰਿਵਾਰ ਹੈ, ਅਸੀਂ ਪਰਿਵਾਰ ਦੇ ਕਿੰਨੇ ਮੈਂਬਰ ਹਾਂ, ਸਭ ਸਾਨੂੰ ਭੁੱਲ ਜਾਂਦਾ, ਕਿਉਂਕਿ ਵਿਯੋਗ ਹੋ ਗਈ। ਦੂਸਰੇ ਦਿਨ ਫਿਰ ਸਵੇਰ ਨੂੰ ਆਉਂਦੇ, ਫਿਰ ਸੰਜੋਗ ਹੋ ਜਾਂਦਾ, ਅਤੇ ਫਿਰ ਇਹ ਤਮਾਸ਼ਾ ਸ਼ੁਰੂ ਹੋ ਜਾਂਦਾ, ਫਿਰ ਖੇਲ ਚੱਲ ਪੈਂਦਾ। ਹੁਣ ਆਪਾਂ ਨੂੰ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਖੇਲ ਤਾਂ ਸਾਰਿਆਂ ਦੇ ਅੰਦਰ ਇੱਕੋ ਹੀ ਚੱਲਦਾ ਹੈ, ਪਰ ਹੁਣ ਅਸੀਂ ਆਪਣੇ ਆਪੇ ਨੂੰ ਸਮਝਣ ਵੀ ਅਸੀਂ ਇਹ ਖੇਲ ਨੂੰ ਕਿਵੇਂ ਜਿੱਤੀਏ, ਵੀ ਅਸੀਂ ਵੀ ਕਿਤੇ ਵੈਰ ਵਿਰੋਧ 'ਚ ਪੈ ਕੇ, ਈਰਖਾ ਨਫ਼ਰਤ 'ਚ ਪੈ ਕੇ ਆਪਾਂ ਵੀ ਜੀਵਨ ਦੀ ਬਾਜੀ ਨੂੰ ਹਾਰ ਨਾ ਜਾਈਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਜੀਵ ਹੁਣ ਸਿਮਰਨ ਨਹੀਂ ਕਰਦੇ, ਨਹੀਂ ਸਤ ਸੰਗਤ ਕਰਦੇ, ਉਹਨਾਂ ਦਾ ਜਿਹੜਾ ਮਨ ਹੈ ਉਹ ਕਾਂ ਦੇ ਨਿਆਈ ਹੋ ਜਾਂਦਾ। ਜਿਵੇਂ ਕਾਂ ਕਾਲਾ ਹੈ, ਮਨ ਵੀ ਇਸੇ ਤਰ੍ਹਾਂ ਕਾਲਾ ਹੋ ਜਾਂਦਾ।
ਕਾਂ ਦੇ ਅੱਗੇ ਆਪਾਂ ਅੰਮ੍ਰਿਤ ਦਾ ਪਿਆਲਾ ਰੱਖੀਏ, ਉਹਦੀ ਤ੍ਰਿਪਤੀ ਨਹੀਂ ਹੁੰਦੀ, ਕਿਉਂਕਿ ਉਹਦੀ ਆਦਤ ਹੈ ਉਹਨੇ ਗੰਦਗੀ ਖਾਣੀ, ਉਹਨੇ ਗੋਹੇ ਦੇ ਵਿੱਚ ਚੁੰਝਾਂ ਮਾਰਨੀਆਂ, ਉਹਨੇ ਗੰਦਗੀ 'ਤੇ ਜਾ ਕੇ ਬੈਠਣਾ, ਅਤੇ ਉਹਦੀ ਜਿਹੜੀ ਭਾਸ਼ਾ ਵੀ ਉਹਨੇ ਕਾਂ ਕਾਂ ਕਰਨੀ। ਹੁਣ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਉਹਨਾਂ ਜੀਵਾਂ ਦੀ ਅਵਸਥਾ ਦੱਸਦੇ ਜਿਨ੍ਹਾਂ ਨੂੰ ਫਿਰ ਜਦੋਂ ਆਪਾਂ ਸਿਮਰਨ ਕਰਾਂਗੇ, ਆਪਾਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਵੀ ਸਿਮਰਨ ਕਰੋ, ਤੁਸੀਂ ਵੀ ਸੰਗਤ 'ਚ ਚੱਲੋ, ਵੀ ਤਾਂ ਕਿ ਤੁਹਾਡੇ ਵੀ ਮਨ ਨੂੰ ਸ਼ਾਂਤੀ ਆਵੇ। ਉਹਨਾਂ ਨੂੰ ਗੁੱਸਾ ਚੜ੍ਹੇਗਾ, ਉਹ ਕਹਿਣਗੇ ਵੀ ਤੁਸੀਂ ਵੀ ਕਾਹਨੂੰ ਵਾਹਿਗੁਰੂ ਵਾਹਿਗੁਰੂ ਕਰਦੇ, ਤੁਸੀਂ ਵੀ ਨਾ ਸੰਗਤ ਕਰੋ। ਹੁਣ ਐਸੇ ਜਿਹੜੇ ਜੀਵ ਜਿਨ੍ਹਾਂ ਨੂੰ ਸਿਮਰਨ ਸੁਣ ਕੇ ਗੁੱਸਾ ਚੜ੍ਹਦਾ, ਉਹਨਾਂ ਨੂੰ ਮਹਾਰਾਜ ਗੁਰਬਾਣੀ 'ਚ ਭਾਗਾਂ ਤੋਂ ਹੀਣੇ ਕਹਿੰਦੇ। ਮਹਾਰਾਜ ਫਰਮਾਉਂਦੇ ਨੇ, ਦੁਰਮਤ ਭਾਗ ਹੀਣ ਮਤ ਫਿਕੇ, ਨਾਮ ਸੁਣਤ ਆਵੇ ਮਨ ਰੋਹੈ, ਕਊਆ ਕਾ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤ ਤੇ ਵਿਸ਼ਟਾ ਖਾਈ ਮੁਖ ਗੂਹੇ। ਵੀ ਜਿਵੇਂ ਕਾਂ ਦੀ ਤ੍ਰਿਪਤੀ ਨਹੀਂ ਹੁੰਦੀ, ਉਹਦੇ ਅੱਗੇ ਅੰਮ੍ਰਿਤ ਦਾ ਪਿਆਲਾ ਰੱਖ, ਉਹਦੀ ਆਦਤ ਉਹਨੇ ਗੰਦਗੀ ਖਾਣੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜੇ ਜੀਵ ਭਾਗਾਂ ਤੋਂ ਹੀਣੇ ਨੇ, ਜਿਨ੍ਹਾਂ ਦੇ ਅੰਦਰ ਇਹ ਦੁਰਮਤ ਦੀ ਅਗਨ ਜਿਹਦੇ ਵਿੱਚ ਉਹ ਸੜਦੇ ਨੇ, ਉਹਨਾਂ ਨੂੰ ਫਿਰ ਜੇ ਕੋਈ ਨਾਮ ਦੀ ਗੱਲ ਕਰੇ, ਮਾਲਕ ਦੀ ਕਰੇ, ਉਹਨਾਂ ਦੇ ਮਨ 'ਚ ਰੋਸ ਪੈਦਾ ਹੁੰਦਾ, ਉਹਨਾਂ ਨੂੰ ਗੁੱਸਾ ਚੜ੍ਹਦਾ, ਉਹਨਾਂ ਨੂੰ ਕ੍ਰੋਧ ਆਉਂਦਾ। ਸਤਿਗੁਰੂ ਕਹਿੰਦੇ ਮਨਮੁਖ ਜੀਵ ਜਿਹੜਾ ਸਾਕਤ, ਉਹਦੀ ਇਹ ਅਵਸਥਾ ਅਸੀਂ ਆਪਦੀਆਂ ਅੱਖਾਂ ਦੁਆਰਾ ਦੇਖੀ ਵੀ ਉਹਨੂੰ ਜਿਹੜਾ ਅੰਮ੍ਰਿਤ ਹੈ ਉਹ ਤਾਂ ਕੌੜਾ ਲੱਗਦਾ, ਜਿਹੜੀ ਵਿਖ ਜ਼ਹਿਰ ਹੈ ਉਹਨੂੰ ਮਿੱਠੀ ਲੱਗਦੀ। ਫੇਕਾ ਬੋਲਣਾ, ਲੜਾਈਆਂ ਝਗੜੇ ਕਰਨੇ, ਵੈਰ ਵਿਰੋਧ ਕਰਨਾ, ਇਹ ਉਹਨੂੰ ਚੰਗਾ ਲੱਗਦਾ। ਮਹਾਰਾਜ ਕਹਿੰਦੇ ਕੋਈ ਗੁਰਮੁਖ ਸਿਮਰਨ ਕਰੇ, ਕੋਈ ਨਾਮ ਦੀ ਗੱਲ ਕਰੇ ਉਹਨਾਂ ਕੋਲ, ਅਤੇ ਉਹਨਾਂ ਨੂੰ ਇਸ ਤਰ੍ਹਾਂ ਡੰਗ ਵੱਜਦਾ ਜਿਵੇਂ ਉਹਨਾਂ ਦੇ ਬਿੱਛੂ ਨੇ ਡੰਗ ਮਾਰਿਆ। ਇੰਨਾ ਜ਼ਿਆਦਾ ਉਹ ਦੁੱਖ, ਇੰਨਾ ਜ਼ਿਆਦਾ ਉਹ ਤਕਲੀਫ ਮਹਿਸੂਸ ਕਰਦੇ। ਮਹਾਰਾਜ ਫਰਮਾਉਂਦੇ ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਗਤ ਕੀ ਬਿਧ ਨੈਣੋਂ ਡੀਠੀ, ਕੂੜ ਕਪਟ ਹੰਕਾਰ ਰੁਝਾਨਾ, ਨਾਮ ਸੁਣਤ ਜਨ ਬਿਛੂ ਬਿਸੰਨ। ਸਤਿਗੁਰੂ ਕਹਿੰਦੇ ਵੀ ਇਹ ਹਾਲਤ ਹੈ ਉਹ ਮਨਮੁਖ ਜੀਵ ਦੀ, ਬਈ ਜਿਨ੍ਹਾਂ ਦੇ ਅੰਦਰ ਕੂੜ ਹੈ, ਜਿਨ੍ਹਾਂ ਦੇ ਅੰਦਰ ਵੈਰ ਵਿਰੋਧ ਹੈ, ਉਹਨਾਂ ਨੂੰ ਸੱਚ ਨਹੀਂ ਭਾਉਂਦਾ। ਉਹਨਾਂ ਕੋਲ ਕੋਈ ਸੱਚ ਦੀ ਮਾਲਕ ਦੀ ਗੱਲ ਕਰੇ, ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਜੇ ਕੋਈ ਨਾਮ ਦੀ ਗੱਲ ਕਰੇ ਅਤੇ ਉਹ ਕੂੜਾ ਉਹ ਜਲਦਾ ਹੋਰ, ਉਹਨੂੰ ਗੁੱਸਾ ਚੜ੍ਹਦਾ, ਹੋਰ ਦੁਖੀ ਹੋ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਕੁੜਿਆਰੀ ਰਜੇ ਕੂੜ ਜਿਉਂ ਵਿਸਟਾ ਕਾਗ ਖਾਵਈ। ਵੀ ਜਿਹੜਾ ਕੁੜਿਆਰ ਹੈ ਮਨਮੁਖ, ਉਹ ਜਿਵੇਂ ਕਾਂ ਵਿਸਟਾ ਗੰਦਗੀ ਖਾਂਦਾ, ਇਸੇ ਤਰ੍ਹਾਂ ਹੀ ਉਹ ਗੰਦਗੀ ਖਾਣ ਦਾ ਆਦੀ ਹੋ ਗਈ। ਉਹਨੂੰ ਨਿੰਦਿਆ ਚੁਗਲੀ ਉਹ ਪਿਆਰੀ ਲੱਗਦੀ, ਜਿੱਥੇ ਤਾਂ ਨਿੰਦਿਆ ਦੀ ਹੁੰਦੀ ਗੱਲ ਉੱਥੇ ਜਾ ਕੇ ਬਹਿੰਦਾ, ਜਿੱਥੇ ਵੈਰ ਵਿਰੋਧ ਦੀ ਗੱਲ ਹੁੰਦੀ, ਚੁਗਲੀਆਂ ਹੁੰਦੀਆਂ, ਉੱਥੇ ਜਾ ਕੇ ਬਹਿੰਦਾ, ਕਿਉਂਕਿ ਉਹਦੇ ਅੰਦਰ ਕੂੜ ਹੈ, ਉਹਨੂੰ ਕੂੜ ਹੀ ਭਾਉਂਦਾ। ਸਤਿਗੁਰੂ ਇਸ ਲਈ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਫਿਰ ਕੂੜ ਵਰਤਦਾ ਉਹ ਸਤਸੰਗ 'ਚ ਨਹੀਂ ਆਉਂਦੇ, ਉਹ ਆ ਕੇ ਸਤਿਗੁਰਾਂ ਪਾਸ ਨਹੀਂ ਬੈਠਣਗੇ।
ਜੇ ਉਹ ਭੁੱਲ ਭੁਲੇਖੇ ਕਿਤੇ ਸਤਸੰਗ 'ਚ ਆ ਵੀ ਜਾਣ ਤੇ ਇੱਥੇ ਆ ਕੇ ਉਹਨਾਂ ਦਾ ਚਿੱਤ ਉਦਾਸ ਹੋ ਜਾਂਦਾ, ਉਹਨਾਂ ਦਾ ਮਨ ਨਹੀਂ ਲੱਗਦਾ। ਉਹ ਥੋੜ੍ਹਾ ਸਮਾਂ ਬਲ ਛਲ ਕਰਕੇ ਬੈਠਦੇ ਤੇ ਉਹ ਫਿਰ ਉਹਨਾਂ ਘੁੜਿਆਰਾਂ ਕੋਲ ਹੀ ਜਾ ਕੇ ਬੈਠ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਸਮਝਾਉਂਦੇ ਵੀ ਜਿਹੜਾ ਜੀਵ ਇਸ ਤਰ੍ਹਾਂ ਘੁੜਿਆਰ ਹੋ ਗਿਆ ਉਹਦੀ ਅਵਸਥਾ, ਜਿਨ੍ਹਾਂ ਅੰਦਰ ਕੂੜ ਵਰਤੇ ਉਹਨਾਂ ਨੂੰ ਸੱਚ ਨਹੀਂ ਭਾਉਂਦਾ, ਸੱਚ ਨਾ ਭਾਵੇ। ਸੋ ਤਾਂਹੀਓ ਮਹਾਰਾਜ ਕਹਿੰਦੇ ਵੀ ਜਿਹੜੇ ਤਾਂ ਸਚਿਆਰ ਸਿੱਖ ਨੇ ਉਹ ਤਾਂ ਸਤਿਗੁਰ ਪਾਸ ਬਹਿੰਦੇ, ਜਿਹੜੇ ਘੁੜਿਆਰ ਨੇ ਉਹ ਥੋੜ੍ਹਾ ਸਮਾਂ ਬੈਠਣਗੇ, ਫਿਰ ਉਹਨਾਂ ਕੋਲ ਹੀ ਜਾ ਕੇ ਬੈਠਣਗੇ ਘੁੜਿਆਰਾਂ ਕੋਲ। ਮਹਾਰਾਜ ਕਹਿੰਦੇ ਉਹ ਬਿੰਦ ਝੱਟ ਬਲ ਛਲ ਕੱਢਦੇ, ਘੁੜਿਆਰੀ ਜਾਏ ਬਹੇ ਘੁੜਿਆਰਾਂ ਪਾਸ। ਵੀ ਜਿਹੜੇ ਸਿੱਖ ਸਚਿਆਰ ਹੋ ਗਏ ਉਹ ਸਤਿਗੁਰੂ ਸਨਮੁਖ ਹੋ ਕੇ ਬਹਿੰਦੇ, ਸਚਿਆਰ ਸਿੱਖ ਬੈਸਣ ਸਤਿਗੁਰੂ ਪਾਸ। ਹੁਣ ਮਹਾਰਾਜ ਕਹਿੰਦੇ ਵੀ ਇਹ ਹਾਲਤ ਫਿਰ ਜਿਹੜਾ ਮਨ ਦੁਬਦਾ ਵਿੱਚ ਚਲਾ ਗਿਆ, ਜਿਹਨੂੰ ਦੁਬਦਾ ਚੁੰਬੜ ਗਈ, ਉਹ ਫਿਰ ਮਨ ਨੂੰ ਬੋਰਾ ਕਰ ਦਿੰਦੀ। ਇਸ ਤਰ੍ਹਾਂ ਮਨ ਕਮਲਾ ਹੋ ਜਾਂਦਾ, ਭਾਗਾਂ ਤੋਂ ਹੀਣਾ ਤੇ ਜਮਾਂ ਦੇ ਵੱਸ ਚਲਾ ਜਾਂਦਾ। ਹੁਣ ਮਹਾਰਾਜ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਕੋਈ ਜੀਵ ਇਸ ਤਰ੍ਹਾਂ ਜਮਾਂ ਵੱਸ ਚਲਾ ਵੀ ਗਿਆ, ਉਹਦੇ ਆਪਾਂ ਉਗਣ ਨਹੀਂ ਦੇਖਣੇ। ਆਪਾਂ ਆਪਦਾ ਜਿਹੜਾ ਅਭਿਆਸ ਉਹ ਨਹੀਂ ਛੱਡਣਾ, ਆਪਾਂ ਆਪਦੀ ਸੰਗਤ ਨਹੀਂ ਛੱਡਣੀ, ਅਸੀਂ ਆਪਦਾ ਕੀਤੀ ਜਾਣ। ਹੋ ਸਕਦਾ ਵੀ ਉਹ ਵੀ ਕਿਤੇ ਸੰਗਤ ਦੇ ਵਿੱਚ ਆ ਜਾਵੇ, ਉਹ ਵੀ ਸਿਮਰਨ ਕਰਨ ਲੱਗ ਜਾਵੇ। ਤੇ ਸਤਸੰਗ ਦੀ ਵਡਿਆਈ ਹੈ ਵੀ ਸਤਸੰਗ 'ਚ ਆ ਕੇ ਕਾਂ ਵੀ ਹੰਸ ਬਣ ਸਕਦਾ। ਸਤ ਸੰਗਤ ਨੂੰ ਸਤਸਰ ਦਾ ਨਾਮ ਦਿੱਤਾ, ਸਰੋਵਰ ਦਾ। ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਸਰ ਦਾ ਨਾਮ ਦਿੱਤਾ। ਮਹਾਰਾਜ ਕਹਿੰਦੇ ਵੀ ਸਤ ਸੰਗਤ ਦੇ ਵਿੱਚ ਆ ਕੇ, ਸਤ ਸਰ ਦੇ ਵਿੱਚ ਆ ਕੇ ਜਿਹੜਾ ਮਨ ਕਾਂ ਵੀ ਹੋ ਗਿਆ ਉਹ ਵੀ ਹੰਸ ਬਣ ਸਕਦਾ। ਰਮਾਉਂਦੇ ਨੇ ਅੰਮ੍ਰਿਤ ਸਰ ਸਤਿਗੁਰੂ ਸਤਿਵਾਦੀ, ਜੈਤ ਨਾਤੇ ਕਊਆ ਹੰਸ ਹੋ ਹੈ। ਬਈ ਇਹ ਵਡਿਆਈ ਹੈ ਸਾਧ ਸੰਗਤ ਦੀ, ਵੀ ਜਿੱਥੇ ਆ ਕੇ ਇੱਕ ਕਾਂ ਵੀ ਹੰਸ ਬਣ ਜਾਂਦਾ, ਮਨਮੁਖ ਸਾਖਤ ਵੀ ਗੁਰਮੁਖ ਬਣ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਇੱਕ ਖੇਲ ਹੈ ਵਿਚਾਰਾਂ ਦਾ, ਫੁਰਨਿਆਂ ਦਾ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਵਿਚਾਰਾਂ ਦਾ ਸਾਡਾ ਟਕਰਾਅ ਕੌਣ ਕਰਾਉਂਦਾ, ਕੌਣ ਸਾਡੇ ਅੰਦਰ ਵੈਰ ਵਿਰੋਧ ਪੈਦਾ ਕਰਦਾ, ਕੌਣ ਸਾਨੂੰ ਧੜਿਆਂ 'ਚ ਵੰਡਦਾ। ਇਹ ਸਾਡੇ ਅੰਦਰ ਹੀ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਸਾਡੇ ਅੰਦਰ ਇੱਕ ਦੂਸਰੇ ਪ੍ਰਥਾਏ ਦੁਬਦਾ ਪੈਦਾ ਕਰਦੇ, ਸਾਡਾ ਵਿਚਾਰਾਂ ਦਾ ਟਕਰਾਅ ਕਰਾਉਂਦੇ। ਮਹਾਰਾਜ ਦੱਸਦੇ ਪੰਜ ਦੂਤ ਚਿੱਤ ਬੇਬਕਾਰਾ, ਮਾਇਆ ਮੋਹ ਕਾ ਇਹੋ ਪਸਾਰਾ। ਵੀ ਇਹਨਾਂ ਨੇ ਸਾਡੇ ਅੰਦਰ ਵਿਕਾਰ ਪੈਦਾ ਕਰਨੇ, ਇਹਨਾਂ ਨੇ ਸਾਡੇ ਅੰਦਰ ਇੱਕ ਦੂਸਰੇ ਪ੍ਰਥਾਏ ਦੁਬਦਾ ਪੈਦਾ ਕਰ। ਹੁਣ ਆਪਾਂ ਨੂੰ ਫਿਰ ਇਹਨਾਂ ਦਾ ਖੇਲ ਸਮਝਾਏ ਵੀ ਜੇ ਅਸੀਂ ਦੁਬਦਾ ਤੋਂ ਬਚਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਅਸੀਂ ਨਾ ਕਿਸੇ ਨਾਲ ਵਿਚਾਰਾਂ ਦਾ ਸਾਡਾ ਟਕਰਾਅ ਹੋਵੇ, ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦਾ ਸਿਮਰਨ ਕਰਦੇ ਰਹੋ, ਤੁਸੀਂ ਰੱਖਿਆ ਚੱਕਰ ਬਣਾ ਕੇ ਰੱਖੋ। ਜੇ ਅਸੀਂ ਸਿਮਰਨ ਕਰਦੇ ਰਵਾਂਗੇ, ਜੇ ਸਾਡਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੋ ਵੀ ਗਿਆ,
ਉਹਨੇ ਆਪਾਂ ਨੂੰ ਕੁਝ ਐਸੇ ਫਿੱਕੇ ਸ਼ਬਦ ਬੋਲ ਵੀ ਦਿੱਤੇ, ਆਪਣੇ ਅੰਦਰ ਨਹੀਂ ਘਰ ਕਰਨਗੇ। ਅਸੀਂ ਸਿਮਰਨ ਕਰਕੇ ਉਹ ਸ਼ਬਦਾਂ ਨੂੰ ਅੰਦਰ ਨਹੀਂ ਜਾਣ ਦੇਵਾਂਗੇ। ਜਦੋਂ ਅਸੀਂ ਉਹ ਸ਼ਬਦਾਂ ਨੂੰ ਅੰਦਰ ਨਹੀਂ ਜਾਣ ਦੇਵਾਂਗੇ, ਉਹ ਸਾਨੂੰ ਭੁੱਲ ਜਾਣਗੇ। ਉਹ ਸਾਨੂੰ ਬਾਹਲਾ ਸਮਾਂ ਸਾਨੂੰ ਤਕਲੀਫ ਨਹੀਂ ਦੇਣਗੇ, ਸਾਨੂੰ ਦੁੱਖ ਨਹੀਂ ਦੇਣਗੇ। ਜੇ ਹੁਣ ਅਸੀਂ ਸ਼ਬਦ ਦਾ ਰੱਖਿਆ ਚੱਕਰ ਨਹੀਂ ਬਣਾਇਆ ਹੋਇਆ, ਫਿਰ ਜਦੋਂ ਕਿ ਸਾਨੂੰ ਐਸਾ ਸ਼ਬਦ ਬੋਲੇਗਾ ਤੇ ਉਹ ਸ਼ਬਦ ਸਾਡੇ ਅੰਦਰ ਚਲਿਆ ਗਿਆ ਤੇ ਉਹ ਜਾਣ ਸਾਰੀ ਅੰਦਰ ਸਾਡੇ ਅੱਗ ਲਾ ਦੇ। ਸਾਡੇ ਅੰਦਰ ਜਿਹੜੀ ਦੁਰਮਤ ਦੀ ਅਗਨ ਉਹ ਭੜਕ ਉੱਠੇਗੀ, ਅਸੀਂ ਉਹ ਅਗਨ ਦੇ ਵਿੱਚ ਜਲਣਾ ਸ਼ੁਰੂ ਕਰ ਦਾਂਗੇ। ਹੁਣ ਤਾਂ ਫਿਰ ਆਪਾਂ ਨੂੰ ਸਤਿਗੁਰਾਂ ਨੇ ਇਹ ਸਾਡੇ ਜੀਵਨ ਦੀ ਜਾਂਚ ਸਿਖਾਈ ਹੋਈ ਵੀ ਕਿਵੇਂ ਅਸੀਂ ਗੁਰੂ ਦੀ ਮੱਤ ਲੈ ਕੇ ਇਸ ਲੋਕ ਦੇ ਵਿੱਚ ਚੱਲਦੇ ਹੋਏ ਇਹ ਸ਼ਬਦ ਦਾ ਰੱਖਿਆ ਚੱਕਰ ਬਣਾ ਕੇ ਰੱਖਣ। ਜਿਸ ਵਰਤਾਏ ਮਹਾਰਾਜ ਕਹਿੰਦੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚਗਿਰਦ ਹਮਾਰੀ। ਬਈ ਗੁਰੂ ਦੇ ਸ਼ਬਦ ਦਾ ਜਿਹੜਾ ਰੱਖਿਆ ਚੱਕਰ ਉਹ ਸਾਡੇ ਇਰਦ ਗਿਰਦ ਬਣ ਜਾਂਦਾ। ਜੇ ਅਸੀਂ ਹੁਣ ਇਹ ਸਿਮਰਨ ਕਰਦੇ ਰਵਾਂਗੇ ਤੇ ਸਾਡੇ ਤੇ ਬਹੁਤਾ ਇਹਦਾ ਅਸਰ ਨਹੀਂ ਹੋਏਗਾ। ਜੇ ਹੁਣ ਅਸੀਂ ਨਹੀਂ ਸਿਮਰਨ ਕਰਾਂਗੇ, ਸਾਡੇ ਤੇ ਬਹੁਤ ਜ਼ਿਆਦਾ ਅਸਰ ਹੋਏਗਾ। ਫਿਰ ਅਸੀਂ ਦੁਖੀ ਹੋ ਜਾਵਾਂਗੇ, ਅਸ਼ਾਂਤ ਹੋ ਜਾਵਾਂਗੇ। ਜਦੋਂ ਅਸੀਂ ਅਸ਼ਾਂਤ ਹੋ ਜਾਵਾਂਗੇ, ਫਿਰ ਅਸੀਂ ਬੈਰ ਵਿਰੋਧ, ਈਰਖਾ, ਨਫ਼ਰਤ ਕਰਨੀ ਸ਼ੁਰੂ ਕਰ ਦਾਂਗੇ। ਹਉਮੈ ਹੰਕਾਰ ਦੇ ਵਿੱਚ ਆ ਜਾਵਾਂਗੇ। ਇਹੋ ਮੈਲ ਹੈ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਜਿਹੜੀ ਮੈਲ ਲੱਗਦੀ, ਇਹ ਦੁਰਮਤ ਦੀ ਮੈਲ ਲੱਗਦੀ, ਦੁਵਿਧਾ ਦੀ, ਈਰਖਾ ਦੀ, ਨਫ਼ਰਤ ਦੀ, ਹਉਮੈ ਹੰਕਾਰ ਦੀ, ਇਹ ਮਨ ਦੇ ਉੱਤੇ ਮੈਲ ਚੜ੍ਹਦੀ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਇਹਨੂੰ ਮੈਲ ਨੂੰ ਚੜ੍ਹਨ ਤੋਂ ਬਚਾਉਣ ਵਾਸਤੇ ਸਾਨੂੰ ਫਿਰ ਇਹ ਸ਼ਬਦ ਦਾ ਰੱਖਿਆ ਚੱਕਰ ਬਣਾਉਣਾ ਪੈਂਦਾ ਤੇ ਨਾਲ ਨਾਲ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਜੇ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਗਿਆਨ ਸਾਡੇ ਮਨ ਨੂੰ ਰੋਕ ਦਿੰਦਾ। ਜਿਵੇਂ ਹੁਣ ਆਪਾਂ ਨੂੰ ਸਮਝਾਉਂਦੇ ਵੀ ਗਿਆਨ ਦੁਆਰਾ ਮਨ ਨੂੰ ਬੰਨ੍ਹਣਾ, ਕਿਵੇਂ ਇਹ ਗਿਆਨ ਸਾਡੇ ਮਨ ਨੂੰ ਰੋਕਦਾ ਹੈ। ਕਿਸੇ ਦੀ ਜੀਵ ਨਿੰਦਾ ਕਰਦਾ ਹੈ ਤੇ ਆਪਾਂ ਨੂੰ ਗਿਆਨ ਆ ਜਾਂਦਾ ਵੀ ਇਹ ਨਿੰਦਾ ਕਿਸੇ ਦੀ ਭਲੀ ਨਹੀਂ। ਉਹ ਗਿਆਨ ਦੁਆਰਾ ਸਾਡਾ ਮਨ ਰੁਕ ਜਾਂਦਾ। ਕਿਸੇ ਵਰਤਾਏ ਸਾਡੇ ਅੰਦਰ ਵੈਰ ਵਿਰੋਧ ਆ ਗਿਆ, ਦੁਵਿਧਾ ਆ ਗਈ, ਉਹ ਗਿਆਨ ਅੱਗੇ ਆ ਜਾਏਗਾ ਵੀ ਦੁਵਿਧਾ ਨਹੀਂ ਕਰਨੀ। ਜੇ ਕਰਾਂਗੇ ਤਾਂ ਸਾਨੂੰ ਸਜ਼ਾ ਮਿਲੇਗੀ। ਜਿਸ ਨਰ ਕੀ ਦੁਵਿਧਾ ਨਾ ਜਾਏ, ਧਰਮ ਰਾਏ ਤੇ ਸੰਦੇਸ਼ ਸਜਾਏ। ਹੁਣ ਇਹ ਗਿਆਨ ਦੁਆਰਾ ਸਾਡਾ ਮਨ ਰੁਕ ਜਾਂਦਾ ਵੀ ਮੈਂ ਨਹੀਂ ਚਾਹੁੰਦਾ ਸਜ਼ਾ ਲੈਣੀ। ਉਹ ਮਨ ਗਿਆਨ ਦੁਆਰਾ ਰੁਕ ਗਿਆ। ਕਿਸੇ ਦੀ ਜੀਵ ਚੁਗਲੀ ਕਰਦਾ ਹੈ, ਉਹ ਆਪਾਂ ਨੂੰ ਗਿਆਨ ਆ ਗਿਆ ਵੀ ਜੇ ਅਸੀਂ ਚੁਗਲੀ ਕਰਾਂਗੇ, ਸਤਿਗੁਰੂ ਕਹਿੰਦੇ ਉਹਦਾ ਕੀਤਾ ਕਰਦੇ ਆ, ਉਹਦਾ ਸਾਰਾ ਹੀ ਜਾਂਦਾ ਲੱਗਦਾ। ਜਿਸ ਅੰਦਰ ਚੁਗਲੋ ਚੁਗਲੀ ਵੱਜੀ, ਕੀਤਾ ਕਰਦੇ ਆ ਤਿਸ ਦਾ ਸਭ ਗਿਆ। ਚੁਗਲੀ ਕਰੇ ਅਣਹੁੰਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ। ਜਿਹੜੇ ਜੀਵ ਕਿਸੇ ਦੀ ਚੁਗਲੀਆਂ ਕਰਦੇ, ਉਹਨਾਂ ਦਾ ਕੀਤਾ ਕਰਾਇਆ ਹੋਇਆ ਉਹ ਸਾਰਾ ਜਾਂਦਾ ਲੱਗਦਾ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਕਿਸੇ ਦੀ ਚੁਗਲੀ ਨਾ ਕਰੋ। ਇਹ ਗਿਆਨ ਦੁਆਰਾ ਸਾਡਾ ਮਨ ਫਿਰ ਰੁਕ ਜਾਂਦਾ ਵੀ ਮੈਂ ਨਹੀਂ ਚਾਹੁੰਦਾ ਵੀ ਮੇਰੀ ਕੀਤੀ ਹੋਈ ਸੰਗਤ, ਮੇਰਾ ਕੀਤਾ ਹੋਇਆ ਸਿਮਰਨ ਨਿਫਲ ਹੋ ਜੀ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਕਈ ਜੀਵ ਸਮਝਦੇ ਵੀ ਸਾਡਾ ਫਲ ਕਿਸੇ ਹੋਰ ਨੂੰ ਨਾ ਮਿਲ ਜੇ, ਇਹਦਾ ਫਲ ਕਿਸੇ ਨੂੰ ਹੋਰ ਨਹੀਂ ਮਿਲਦਾ। ਜਿਹੜੀ ਕਮਾਈ ਅਸੀਂ ਕਰਾਂਗੇ ਉਹਦਾ ਫਲ ਤਾਂ ਸਾਨੂੰ ਹੀ ਮਿਲਣਾ। ਪਰ ਇਹ ਹੈ ਵੀ ਜੇ ਅਸੀਂ
परहेज नहीं रखांगे, जिमें ये अपन परहेज दसे, जे असी ज्ञान की मत लैके नहीं चलांगे, जे असी मन नूं नहीं रोकांगे वैर विरोध तो, निंदिया चुगली तो, ते फिर साडा कीता होया ये सारा निफल चला जाता। फिर आपा नूं महाराज कहंदे भी जिहदे अंदर फिर ये गुमान है, जिहदे अंदर हौमे आ गई, हंकार आ गया, ਉਹਦੇ ਤੀਰਥ ਨੇਮ ਵਰਤ ਕੀਤੇ ਹੋਏ ਸਾਰੇ ਉਹਦੇ ਵਿਅਰਥ ਚਲੇ ਜਾਂਦੇ। ਮਾਰੇ ਫਰਮਾਉਂਦੇ ਤੀਰਥ ਵਰਤ ਔਰ ਨੇਮ ਕਰ, ਮਨ ਮੇ ਧਰੇ ਗੁਮਾਨ, ਨਾਨਕ ਨੇ ਫਲ ਜਾਤ ਹੈ ਜਿਉਂ ਕੂੰਚਰ ਇਸ਼ਨਾਨ। ਬਈ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ, ਉਹ ਬਾਹਰ ਨਿਕਲਦਾ ਤੇ ਉਹ ਆਪਦੇ ਉੱਤੇ ਫਿਰ ਉਹ ਮਿੱਟੀ ਪਾ ਲੈਂਦਾ, फिर वो चिकड़ पा लेंदा उत्ते, ਉਹਦਾ ਕੀਤਾ ਹੋਇਆ ਇਸ਼ਨਾਨ ਉਹ ਵਿਅਰਥ ਹੀ ਹੋ ਗਿਆ, ਕਿਉਂਕਿ ਉਹਨੇ ਫਿਰ ਚਿੱਕੜ ਪਾ ਲਿਆ ਆਪਦੇ ਤੇ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਨਹੀਂ ਚੱਲਦੇ, ਮੰਨ ਲਓ ਅਸੀਂ ਸੰਗਤ ਕੀਤੀ, ਸਾਡੇ ਮਨ ਦਾ ਇਸ਼ਨਾਨ ਹੋ ਗਿਆ, ਅਸੀਂ ਨਿੰਦਿਆ ਕਰਕੇ, ਚੁਗਲੀ ਕਰਕੇ ਉਹ ਅਸੀਂ ਫਿਰ ਆਪਦੇ ਮਨ ਦੇ ਉੱਤੇ ਮੈਲ ਚੜ੍ਹਾ ਲਈ, ਉਹ ਸਾਡਾ ਕੀਤਾ ਹੋਇਆ ਇਸ਼ਨਾਨ ਸੀ ਜਿਹੜਾ ਉਹ ਨਿਫਲ ਹੀ ਚਲਾ ਗਿਆ, ਕਿਉਂਕਿ ਉਹ ਤਾਂ ਮਨ ਤਾਂ ਫਿਰ ਮੈਲਾ ਹੋ ਗਿਆ। ਤਾਂ ਫਿਰ ਮਹਾਰਾਜ ਕਹਿੰਦੇ ਵੀ ਮਨਮੁਖ ਹੈ ਜਿਹੜਾ ਉਹ ਅਭਿਮਾਨ ਦੇ ਵਿੱਚ, ਉਹ ਜੇ ਸੰਗਤ ਕਰਦਾ ਵੀ ਹੈ ਤੇ ਉਹ ਤੋਂ ਵੱਧ ਹੋਰ ਮੈਲ ਲਾ ਲੈਂਦਾ, ਬਾਅਦ ਚੋਂ ਨਿੰਦਿਆ ਚੁਗਲੀ ਕਰਕੇ, ਹਉਮੈ ਹੰਕਾਰ ਕਰਕੇ। ਮਹਾਰਾਜ ਇਸ ਲਈ ਫਰਮਾਉਂਦੇ ਸੰਗਤ ਸੰਤ ਮਿਲੇ ਸਤ ਸੰਗਤ, ਮਿਲ ਸੰਗਤ ਹਰ ਰਸ ਆਵੇ ਗੋ, ਮਨਮੁਖ ਕਰਮ ਕਰੇ ਅਭਿਮਾਨੀ, ਕੱਢ ਪਾਣੀ ਚੀਕੜ ਪਾਵੇ ਗੋ। ਵੀ ਮਨਮੁਖ ਹੈ ਜਿਹੜਾ ਉਹ ਅਭਿਮਾਨ ਦੇ ਵਿੱਚ, ਹੰਕਾਰ ਦੇ ਵਿੱਚ ਉਹ ਆਪਦੇ ਉੱਤੇ ਫਿਰ ਚਿੱਕੜ ਪਾ ਲੈਂਦਾ। ਤਾਂ ਫਿਰ ਮਹਾਰਾਜ ਕਹਿੰਦੇ ਵੀ ਉਹਦਾ ਕੀਤਾ ਹੋਇਆ ਤੀਰਥ ਵਰਤ ਨੇਮ, ਉਹਦੇ ਕੀਤੇ ਹੋਏ ਉਹ ਨਿਫਲ ਹੀ ਚਲੇ ਜਾਂਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਗਿਆਨ ਦੁਆਰਾ ਅਸੀਂ ਮਨ ਨੂੰ ਰੋਕਣਾ ਹੁੰਦਾ। ਜਿਵੇਂ ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਬਈ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ, ਅਤੇ ਗਿਆਨ ਤੋਂ ਬਿਨਾਂ ਮਨ ਬੰਨਿਆ ਨਹੀਂ ਜਾਂਦਾ। ਹੁਣ ਗਿਆਨ ਦੁਆਰਾ ਅਸੀਂ ਇਹ ਮਨ ਨੂੰ ਰੋਕਣਾ, ਇਹ ਗਿਆਨ ਸਾਡੇ ਮਨ ਨੂੰ ਰੋਕ ਦਿੰਦਾ। ਜਿਵੇਂ ਕਿਸੇ ਨਾਲ ਬੈਰ ਵਿਰੋਧ ਕਰਾਂਗੇ ਤੇ ਉਹ ਅੱਗੇ ਗਿਆਨ ਆ ਜੀ, ਵੀ ਜੇ ਅਸੀਂ ਕਿਸੇ ਨਾਲ ਦੁਵਿਧਾ ਰੱਖਾਂਗੇ ਤੇ ਸਾਨੂੰ ਸਜ਼ਾ ਮਿਲੇਗੀ। ਜਿਸ ਨਰਕੀ ਦੁਵਿਧਾ ਨਾ ਜਾਏ, ਧਰਮ ਰਾਏ ਤੇ ਸਦੇਸ ਜਾਏ। ਜੇ ਕਿਸੇ ਦੀ ਨਿੰਦਿਆ ਕਰਾਂਗੇ, ਉਹ ਅੱਗੇ ਗਿਆਨ ਆ ਜਾਏਗਾ ਵੀ ਨਿੰਦਾ ਕਿਸੇ ਦੀ ਨਹੀਂ ਭਲੀ। ਜੇ ਕਰਾਂਗੇ ਤੇ ਸਾਡਾ ਮੁੱਖ ਕਾਲਾ ਹੋ ਜਾਏਗਾ, ਸਾਨੂੰ ਨਰਕਾਂ ਸੁੱਟ ਦੇਣਗੇ। ਮਹਾਰਾਜ ਤਾਈਓ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਭਵਨ। ਸੋ ਜੇ ਅਸੀਂ ਹਉਮੈ ਕਰਾਂਗੇ, ਸਾਧ ਰੋਗ, ਸਾਡੇ ਅੰਦਰ ਨਾਮ ਨਹੀਂ ਵਸੇਗਾ। ਇਹਨਾਂ ਦਾ ਦੋਵਾਂ ਦਾ ਆਪਸ ਵਿੱਚ ਵਿਰੋਧ ਹੈ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ। ਇਹ ਹਉਮੈ ਸਾਡੇ ਅੰਦਰ ਨਾਮ ਨੂੰ ਨਹੀਂ ਵਸਣ ਦੇਗੀ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਗਿਆਨ ਗੁਰੂ ਦੀ ਮੱਤ ਲੈ ਕੇ ਅਸੀਂ ਫਿਰ ਮਨ ਨੂੰ ਘਰੇ ਲੈ ਕੇ ਜਾ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ ਮਨੁਆ ਕਿਉਂ ਘਰ ਵਾਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਵੀ ਗੁਰੂ ਦੀ ਮੱਤ ਦੇ ਕੇ ਇਹਨੂੰ ਘਰ ਲਿਜਾਇਆ ਜਾ ਸਕਦਾ। ਮਨ ਘਰ ਹੈ ਆਪਣਾ ਸਹਿਜ। ਜਦੋਂ ਅਸੀਂ ਸਹਿਜ ਘਰ ਚਲੇ ਜਾਵਾਂਗੇ, ਫਿਰ ਸਾਡਾ ਮਨ ਇਸ ਸੰਸਾਰ ਦੀਆਂ ਦੁੱਖਾਂ ਸੁੱਖਾਂ ਤੋਂ ਉੱਪਰ ਚਲਾ ਜਾਂਦਾ।
ਉਥੇ ਫਿਰ ਸਾਨੂੰ ਇਹ ਸੰਸਾਰ ਦੇ ਦੁੱਖ ਸੁੱਖ ਨਹੀਂ ਵਿਆਪਦੇ। ਮਹਾਰਾਜ ਇਸ ਲਈ ਫਰਮਾਉਂਦੇ, ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿਥੇ ਉਂਘਣਾ ਭੁੱਖ ਹੈ। ਅਰੇ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਾਹੀਂ, ਜਿਥੇ ਆਤਮ ਰਾਮ ਪ੍ਰਗਾਸ। ਬਈ ਜਿਥੇ ਆਤਮਾ ਦਾ ਪ੍ਰਕਾਸ਼ ਹੈ ਸਹਿਜ ਦੇ ਵਿੱਚ, ਅਸੀਂ ਉਹ ਸਹਿਜ ਘਰ ਚਲੇ ਗਏ, ਉੱਥੇ ਸਾਡੇ ਮਨ ਨੂੰ ਇਹ ਦੁੱਖ ਸੁੱਖ ਨਹੀਂ ਵਿਆਪਤ, ਇਹ ਤੋਂ ਉੱਪਰ ਚਲਾ ਜਾਂਦਾ। ਤਾਈਓ ਗੁਰਮੁਖਾਂ ਨੇ ਆਖਿਆ ਵੀ ਅਸੀਂ ਉਹ ਘਰ ਲੱਭ ਲਿਆ ਜਿੱਥੇ ਨਾ ਜਨਮ ਹੈ ਨਾ ਮੌਤ ਹੈ, ਨਾ ਉੱਥੇ ਜਰਾ ਬੜੇਪਾ ਹੁੰਦਾ। ਮਹਾਰਾਜ ਫਰਮਾਉਂਦੇ, ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਵੀ ਅਸੀਂ ਉਹ ਘਰ ਲੱਭ ਲਿਆ, ਤੇ ਆਪਾਂ ਨੂੰ ਕਹਿੰਦੇ ਵੀ ਉਹ ਘਰ 'ਚ ਜਾਣ ਵਾਸਤੇ ਮਨ ਨੂੰ ਸਹਿਜ ਵਿੱਚ ਲਿਜਾਣ ਵਾਸਤੇ ਮੇਰੇ ਸਿਮਰਨ ਅਭਿਆਸ, ਨਾਲ ਨਾਲ ਗੁਰੂ ਦੀ ਮੱਤ ਹੈ ਗਿਆਨ। ਇਹ ਗਿਆਨ ਦੀ ਮੱਤ ਦੇ ਕੇ ਸਿਮਰਨ ਅਭਿਆਸ ਕਰਦੇ ਹੋਏ ਇਹ ਅਸੀਂ ਮਨ ਨੂੰ ਘਰ ਲੈ ਕੇ ਜਾਣਾ ਸਹਿਜ ਦੇ ਵਿੱਚ। ਹੁਣ ਸਤਿਗੁਰੂ ਕਹਿੰਦੇ ਵੀ ਸਹਿਜ ਨੂੰ ਜੀਵ ਲੋਚਦੇ ਤਾਂ ਸਾਰੇ ਹੀ ਨੇ, ਪਰ ਗੁਰੂ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਫਰਮਾਉਂਦੇ, ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਵੀ ਸਹਿਜ ਸਾਡਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ, ਸਹਿਜ ਵਿੱਚ ਸਾਡੇ ਮਨ ਦੀ ਖੁਰਾਕ ਹੈ ਅੰਮ੍ਰਿਤ, ਸਾਨੂੰ ਉਦੋਂ ਹੀ ਸਾਡੇ ਮਨ ਦੀ ਖੁਰਾਕ, ਸਾਨੂੰ ਰਸ ਹੋਣਾ ਸ਼ੁਰੂ ਹੋ ਜਾਏਗਾ। ਅੰਮ੍ਰਿਤ ਸਾਡਾ ਮੁੱਖ ਮਿੱਠਾ ਹੋਣ ਲੱਗ ਜਾਏਗਾ। ਮਹਾਰਾਜ ਉਦੋਂ ਕਹਿੰਦੇ ਵੀ ਵਡਭਾਗੀ ਨੇ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੇ ਨਾਨਕ ਲਾ ਪਹਿਲੀ ਆਰੰਭ ਕਾਜ ਰਚਾਇਆ। ਵੀ ਆਪਣਾ ਕਾਰਜ ਆਰੰਭ ਹੋ ਗਿਆ ਭਗਤੀ ਦਾ, ਮਾਲਕ ਨੇ ਕਿਰਪਾ ਕਰਕੇ ਆਪਣਾ ਮੁੱਖ ਮਿੱਠਾ ਕੀਤਾ। ਇਹ ਨਿਸ਼ਾਨੀ ਹੈ, ਜਦੋਂ ਅਸੀਂ ਥੋੜ੍ਹਾ ਜਿਹਾ ਵੀ ਸਹਿਜ ਵਿੱਚ ਜਾਂਦੇ ਹਾਂ, ਉਦੋਂ ਹੀ ਸਾਡਾ ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ। ਫਿਰ ਇਸ ਲਈ ਜਿਉਂ-ਜਿਉਂ ਅਸੀਂ ਸਹਿਜ ਅਵਸਥਾ ਦੇ ਵਿੱਚ ਜਾਈ ਜਾਵਾਂਗੇ, ਇੱਧਰੋਂ ਦੁੱਖਾਂ ਸੁੱਖਾਂ ਤੋਂ ਸਾਡਾ ਮਨ ਉੱਪਰ ਉੱਠਦਾ ਜਾਏਗਾ। ਜਦੋਂ ਅਸੀਂ ਬਿਲਕੁਲ ਸਹਿਜ ਵਿੱਚ ਚਲੇ ਗਏ, ਸਹਿਜ ਆਪਣਾ ਘਰ ਹੈ, ਉੱਥੇ ਗਿਆ ਨੂੰ ਸਾਨੂੰ ਅੰਮ੍ਰਿਤ ਦੀ ਜਿਹੜੀ ਧਾਰ ਨਾਮ ਦੇ ਨਾਲ ਜਦੋਂ ਸਾਡੀ ਸੁਰਤੀ ਜੁੜਦੀ, ਤੇ ਫਿਰ ਉਹ ਧਾਰ ਪੈਣ ਲੱਗ ਜਾਂਦੀ, ਜਿਹਨੂੰ ਮਹਾਰਾਜ ਕਹਿੰਦੇ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਵੀ ਉਹ ਫਿਰ ਧਾਰ ਪੈਂਦੀ ਤੇ ਮਨ ਉੱਥੇ ਅੰਮ੍ਰਿਤ ਨੂੰ ਪੀਂਦਾ। ਸਾਡੇ ਮਨ ਦਾ ਭੋਜਨ ਹੈ, ਮਨ ਦੀ ਖੁਰਾਕ। ਸਤਿਗੁਰੂ ਕਹਿੰਦੇ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਇਹੋ ਖਰਚ ਖੁੱਟ ਹੈ ਗੁਰਮੁਖ ਨਿਭੇ ਨਾਲ। ਵੀ ਇਹ ਸਾਡੇ ਮਨ ਦਾ ਤੋਸਾ, ਸਾਡੇ ਮਨ ਦਾ ਭੋਜਨ ਅੰਮ੍ਰਿਤ ਰਸ, ਨਾਮ ਰਸ, ਬ੍ਰਹਮ ਰਸ। ਜਿਨ੍ਹਾਂ ਨੇ ਫਿਰ ਇਹ ਆਤਮ ਰਸ ਨੂੰ ਜਾਣ ਲਿਆ, ਉਹਨਾਂ ਨੂੰ ਕਹਿੰਦੇ ਵੀ ਇਹ ਖਾਲਸੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇ। ਵੀ ਜਿਹਨੇ ਇਹ ਆਤਮ ਰਸ ਨੂੰ ਜਾਣ ਲਿਆ, ਉਹਦੇ ਵਿੱਚ, ਮੇਰੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ। ਉਹਨਾਂ ਦੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਉਹ ਖਾਲਸਾ ਪਰਮਾਤਮਾ ਦਾ, ਮਾਲਕ ਦਾ ਖਾਸ ਰੂਪ ਬਣ ਜਾਂਦਾ।
परमात्मा वलियों ही संबोधन करके गुरु गोबिंद सिंह जी महाराज कहते खालसो मेरो रूप है खास, खालसे में हों करूँ निवास, खालसा मेरो सज्जन सूरा, खालसा मेरो सतगुर पूरा। ये फिर सारियां वडियाइयां खालसे नूं दित्तियां भी जिन्हां ने आत्म रस नूं जान लिया उन्हां दे मालक दे विच कोई फर्क नहीं, कोई अंतर नहीं। सो इहो फिर आपां नूं समझाउंदे भी साडे मन दा तोसा, साडे मन दा भोजन है नाम रस अमृत रस। जे हुण असीं ये रस नहीं लैंदे फिर कहते भी ये भागां तो हीने ते जमां दे वस। वो भी आपां नूं महाराज रोज़ समझाउंदे जिन हर 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 रस नाम ना पाया ते भागहीन जम पास। बई जिन्हां नूं ये रस नहीं आया वो भागां तो हीने ने, वो जमां दे वस नहीं। जिन्हां नूं ये रस आ गया उन्हां नूं कहंदे वड्डे भागां वाले, ये बड़े भागी ने। सो तां फिर आपां नूं समझाउंदे भी जिवें असीं तन वास्ते किरत करदे सानूं तन दा भोजन मिल जांदा, मन वास्ते किरत करांगे तो सानूं मन दा भोजन मिलेगा, मन की खुराक मिलेगी, मन वास्ते सुख सहूलतां मिलणगीਆਂ। हुण तां फिर आपां नूं कहंदे भी जिवें तन वास्ते कोई जीव नौकरी करदा, कोई दिहाड़ी करदा, कोई खेतीबाड़ी करदा, कोई दुकानदारी करदा, इसे तरह ही असीं मन वास्ते भी दिहाड़ी करनी, उहदे वास्ते फिर सिमरन अभ्यास। महाराज फरमाउंदे हर हर नित जपियो जियो लाहा खटियो दिहाड़ी। हुण जिहड़े गुरमुख फिर दिहाड़ी लाहा खटदे वो फिर धनाट बन जाते, वो शाह बन जाते क्योंकि वो धन इकट्ठा कर लेंदे। जिहड़े फिर ये धन इकट्ठा नहीं करते वो भागां तो हीने ते जमां दे वस चले जाते। सो तां फिर आपां नूं कहंदे भी जिवें तन वास्ते करदे हो इस तरह मन वास्ते भी कर। मन वास्ते फिर सिमरन है। जदों असीं ये सिमरन करांगे असीं इत्थों लाहा खट के अपने घर सही दे विच जावांगे ते सानूं घर गया नूं साडी खुराक दित्ती जाएगी। भी बच्चे परदेश च गए सी, कमाई करके आए, किरत करके आए तो इन्हां नूं भोजन छकाओ। हुण आओ असीं किवें ये किरत करनी जो महाराज सानूं समझाउंदे दम दम सदा संभालदा दम ना विरथा जाए। किवें असीं इन्हां दमां नूं संभालना उहदे वास्ते फिर सास गिरास सिमरन है। जदों आपां फिर ये अभ्यास करदे आपदी आवाज़ नूं पूरा ध्यान नाल सुणदे जिहड़े सवास ते सानूं कोई विचार फुरना नहीं आउंदा वो साडे सवास ये निर्गुण दे खजाने 'च जमा हो जांदे। तां फिर सानूं कहंदे भी इन्हां दमां नूं संभालो, हर एक दम नूं संभालो, निर्गुण दे खजाने 'च जमा कराओ। आओ हुण किवें असीं इन्हां दमां नूं संभालना ਉਹਦੇ वास्ते महाराज आपां नूं ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ। आओ सारे गुरमुख प्यारे करो जी शुरू। वाहिगुरू 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 गुरु वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਹੋਈ ਜਦੋਂ ਆਪਾਂ ਅਭਿਆਸ ਕਰਦੇ ਹਾਂ ਆਪਣੀ ਨਿੱਜੀ ਕਮਾਈ ਹੈ। ਇਹ ਹੁਣ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਚੱਲਦੇ ਫਿਰਦੇ ਇਹ ਅਸੀਂ ਕਮਾਈ ਕੀਤੀ ਜਾਣੀ ਹੈ। ਜਿੰਨੀ ਅਸੀਂ ਇਹ ਕਮਾਈ ਕਰ ਲਾਂਗੇ ਸ਼ਬਦ ਦੀ ਉਹ ਨਹੀਂ ਅਸੀਂ ਸੁਖੀ ਹੋ ਜਾਵਾਂਗੇ। ਇਹ ਹੁਣ ਆਪਣੇ ਤੇ ਮਨਸਰ ਹੈ ਵੀ ਅਸੀਂ ਕਿੰਨੀ ਕੁ ਕਮਾਈ ਕਰਦੇ ਹਾਂ, ਕਿੰਨਾ ਕੁ ਸਿਮਰਨ ਕਰਦੇ। ਜਿੰਨਾ ਅਸੀਂ ਕਰਾਂਗੇ ਇਹਦਾ ਸਾਨੂੰ ਲਾਹਾ ਹੀ ਲਾਹਾ, ਇਹਦਾ ਸਾਨੂੰ ਲਾਭ ਹੀ ਮਿਲਣਾ। ਸੋ ਇਸ ਵਾਸਤੇ ਹੁਣੇ ਗੁਰਮੁਖ ਪਿਆਰੇ ਵੱਧ ਤੋਂ ਵੱਧ ਆਪਾਂ ਅਭਿਆਸ ਕਰਨ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਦੇ ਨਾਲ ਨਾਲ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ ਹੁੰਦੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ ਸਾਰਾ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਬਈ ਜੋ ਸਤਿਗੁਰੂ ਸਾਨੂੰ ਇਹ ਪ੍ਰੇਮ ਦਾ ਮਾਰਗ ਦੱਸਦੇ ਨੇ ਬਈ ਕਿਵੇਂ ਅਸੀਂ ਗੁਰੂ ਦੀ ਮੱਤ ਲੈ ਕੇ ਆਪਦਾ ਜਿਹੜਾ ਜੀਵਨ ਹੈ ਉਹ ਸੁਖੀ ਕਰ ਸਕਦੇ, ਕਿਵੇਂ ਅਸੀਂ ਇਹ ਦੁਵਿਧਾ ਤੋਂ ਬਚ ਸਕਦੇ, ਕਿਵੇਂ ਅਸੀਂ ਇਹ ਕਲਾ ਕਲੇਸ਼ ਆਪਦਾ ਮਿਟਾ ਸਕਦੇ, ਕਿਵੇਂ ਅਸੀਂ ਇਹ ਦੁਰਮਤ ਦੀ ਅਗਨ ਤੋਂ ਮਨ ਨੂੰ ਉੱਪਰ ਉਠਾ ਸਕਦੇ ਤਾਂ ਕਿ ਸਾਡੇ ਮਨ ਸ਼ੀਤਲ ਹੋ ਜਾਣ, ਠੰਡੇ ਹੋ ਜਾਣ। ਉਹਦੇ ਵਾਸਤੇ ਫਿਰ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਜਿੱਥੇ ਆ ਕੇ ਅਸੀਂ ਇਹ ਸਾਰੀ ਸਿੱਖਿਆ ਲੈਣੀ, ਅਸੀਂ ਸਾਰਾ ਕੁਝ ਸਿੱਖਣਾ ਸੋਝੀ ਲੈਣੀ। ਤਾਈਆਂ ਮਾਰੇ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ। ਵੀ ਜਿੱਥੇ ਆ ਕੇ ਅਸੀਂ ਸਿੱਖਣਾ ਗੁਰੂ ਦੀ ਮੱਤ ਲੈਣੀ, ਜੀਵਨ ਦੀ ਜਾਚ ਸਿੱਖਣੀ ਤਾਂ ਕਿ ਸਾਡੇ ਮਨਾਂ ਨੂੰ ਸ਼ਾਂਤੀ ਰਹੇ, ਸਾਡੇ ਮਨ ਸੁਖੀ ਰਹਿਣ। ਕਿਵੇਂ ਅਸੀਂ ਇਹਨਾਂ ਦੇਖਾਂ ਤੋਂ ਕਲੇਸ਼ਾਂ ਤੋਂ ਉੱਪਰ ਮਨ ਨੂੰ ਉਠਾਉਣਾ ਤਾਂ ਕਿ
ਸਾਡੇ ਮਨ ਨੂੰ ਇਹਨਾਂ ਦਾ ਦੁੱਖ ਨਾ ਲੱਗੇ, ਕਿਉਂਕਿ ਜਿਹੜੇ ਜੀਵ ਸਿਮਰਨ ਕਰਦੇ ਨੇ ਉਹਨਾਂ ਤੋਂ ਤਾਂ ਸੁੱਖ ਦੀ ਉਮੀਦ ਹੀ ਨਾ ਰੱਖੋ ਵੀ ਉਹ ਸਾਨੂੰ ਬਹੁਤ ਸੁੱਖ ਦੇਣਗੇ, ਕਿਉਂਕਿ ਉਹਨਾਂ ਨੇ ਤਾਂ ਫਿੱਕਾ ਹੀ ਬੋਲਣਾ, ਮਾੜਾ ਹੀ ਬੋਲਣਾ, ਕੋਈ ਪਤਾ ਨਹੀਂ ਕੀ ਬੋਲ ਦੇਣਾ ਉਹਨਾਂ ਨੇ। ਸੋ ਆਪਾਂ ਫਿਰ ਉਹ ਫਿੱਕੇ ਬੋਲਾਂ ਤੋਂ ਬਚਣ ਵਾਸਤੇ ਇਹ ਆਪਦਾ ਰੱਖਿਆ ਚੱਕਰ ਬਣਾ ਕੇ ਰੱਖਣਾ ਵੀ ਤਾਂ ਕਿ ਸਾਡੇ ਮਨ ਨੂੰ ਦੁੱਖ ਨਾ ਲੱਗੇ, ਸਾਡਾ ਮਨ ਨਾ ਦੁਖੀ ਹੋਵੇ। ਸੋ ਉਹਦੇ ਵਾਸਤੇ ਫਿਰ ਜੀਵਨ ਦੀ ਜਾਂਚ, ਉਹਦੇ ਵਾਸਤੇ ਸਤ ਸੰਗਤ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।